ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਚੈਨਲ ਸਾਂਝਾ ਪੰਜਾਬ ਤੇ ਮੈਂ ਤੁਹਾਡੀ ਆਪਣੀ ਹੋਸਟ ਤੇ ਦੋਸਤ ਰਵੀ ਮਨਹਾਸ ਇੱਕ ਵਾਰੀ ਫੇਰ ਤੁਹਾਡਾ ਚੈਨਲ ਤੇ ਸਵਾਗਤ ਕਰਦੀ ਹਾਂ ਪ੍ਰੋਗਰਾਮ ਸਾਂਝੀਆਂ ਗੱਲਾਂ ਦੇ ਵਿੱਚ। ਸਾਂਝੀਆਂ ਗੱਲਾਂ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਰੋਜ਼ ਕੋਈ ਨਾ ਕੋਈ ਨਵੇਂ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਨਵੇਂ ਮਹਿਮਾਨ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਤੇ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੇ ਅੱਜ ਜਿਹੜੇ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਆਏ ਹੋਏ ਨੇ ਇੱਕ ਬਹੁਤ ਹੀ ਗ੍ਰੇਟ ਪਰਸਨੈਲਿਟੀ ਨੇ ਤੇ ਇਹ ਆਪਣੇ ਆਪ ਹੀ ਦੱਸਣਗੇ ਕਿ ਇਹਨਾਂ ਦੇ ਵਿੱਚ ਕੀ ਖੂਬੀਆਂ ਨੇ, ਕਿਉਂਕਿ ਜੇ ਮੈਂ ਗਣਾਉਣੀਆਂ ਸ਼ੁਰੂ ਕਰੂੰਗੀ ਤੇ ਆਈ ਥਿੰਕ ਸ਼ਾਮ ਇੱਥੇ ਹੀ ਪੈ ਜਾਣੀ ਆ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਆਓ ਮਿਲਦੇ ਹਾਂ ਸੁਖਦੀਪ ਕੌਰ ਕੰਗ ਜੀ ਹੋਣਾ ਨਾਲ। ਹਾਈ ਸੁਖਦੀਪ, ਹਾਊ ਆਰ ਯੂ? I'm good, how are you? Very good. Thank you Ravi, thank you for the kind words and ਮੇਰੇ ਵੱਲੋਂ ਸਾਰੇ ਹੀ ਸਾਂਝਾ ਪੰਜਾਬ ਦੇ ਦਰਸ਼ਕਾਂ ਨੂੰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। You are welcome ਸੁਖਦੀਪ, ਵੈਲਕਮ ਸੋ ਮਚ। ਜਿਵੇਂ ਕਿ ਸਾਡੇ ਬਹੁਤ ਸਾਰੇ ਵਿਊਅਰਸ ਆਲਰੇਡੀ ਹੀ ਸੁਖਦੀਪ ਕੌਰ ਜੀ ਨੂੰ ਜਾਣਦੇ ਨੇ ਕਿਉਂਕਿ ਉਹ ਇੱਕ ਬਹੁਤ ਹੀ ਕਹਿ ਲਓ ਕਿ ਰਿਨੋਲਡ ਪਰਸਨੈਲਿਟੀ ਨੇ ਸਾਡੇ ਪੀਰ ਰੀਜਨ ਦੇ ਵਿੱਚ। ਪਰ ਜਿਹੜੇ ਖਾਸ ਟੌਪਿਕ ਦੇ ਲਈ ਅੱਜ ਉਹ ਇੱਥੇ ਆਏ ਨੇ ਉਹ ਹੈਗੀ ਆ ਕਿ ਵੂਮਨ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ, ਜਿਨ੍ਹਾਂ ਨੂੰ ਕਿ ਇਹਨਾਂ ਨੇ ਜੁਆਇਨ ਕੀਤਾ ਹੋਇਆ ਆ। ਅਤੇ ਸਾਡਾ ਟੌਪਿਕ ਵੀ ਅੱਜ ਇਹੀ ਰਹੂਗਾ ਕਿ ਜਿਹੜੀਆਂ ਵੂਮਨ ਨੇ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਕਿਵੇਂ ਹੋਰ ਆ ਸਕਦੀਆਂ ਨੇ ਅਤੇ ਇਹ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੂੰ ਕਿੱਦਾਂ ਹੋਰ ਹੈਲਪ ਕਰੂਗੀ ਅਤੇ ਸਾਡੀ ਕਮਿਊਨਿਟੀ ਦੇ ਵਿੱਚ ਸਾਡੀਆਂ ਜਿਹੜੀਆਂ ਵੂਮਨ ਨੇ, ਕਿਉਂਕਿ ਨੋ ਡਾਊਟ ਜਿਹੜੇ ਜੈਂਟਸ ਨੇ ਉਹ ਤਾਂ ਟਰੱਕਿੰਗ ਦੇ ਵਿੱਚ ਆਲਰੇਡੀ ਹੈ ਹੀ ਨੇ, ਇਹ ਕਿੱਤਾ ਹੈ ਹੀ ਜੈਂਟਸ ਪ੍ਰਧਾਨ, ਬਟ ਫਿਰ ਜੇ ਵੂਮਨ ਨੇ ਜਿਹੜੀਆਂ ਸੋਚ ਰਹੀਆਂ ਨੇ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਆਉਣਾ ਚਾਹੁੰਦੀਆਂ ਨੇ, ਸੁਖਦੀਪ ਜੀ ਉਹਨਾਂ ਵਾਸਤੇ ਕੀ ਕੁਛ ਲੈ ਕੇ ਆਏ ਨੇ, ਇਹੀ ਸਭ ਅੱਜ ਇੱਥੇ ਡਿਸਕਸ ਕਰਾਂਗੇ। ਸੋ ਸੁਖਦੀਪ, ਸਾਨੂੰ ਥੋੜ੍ਹਾ ਜਿਹਾ ਸਾਡੇ ਵਿਊਅਰਸ ਨੂੰ ਦੱਸੋ ਕਿ ਇਹ ਜਿਹੜੀ ਵੂਮਨ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ ਆ ਇਹ ਕੀ ਹੈਗੀ ਆ ਅਤੇ ਇਹਦੀ ਕਿੱਥੇ ਨੂੰ ਬਿਲੋਂਗ ਕਰਦੀ ਆ? ਰਵੀ ਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਮੈਂਸ਼ਨ ਕੀਤਾ ਸੀ, ਵੂਮਨਸ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ, ਇਹ ਸ਼ੈਲੀ ਓਬਨੈਲ ਉਹਨਾਂ ਨੇ ਖੋਲ੍ਹੀ ਸੀ 2016 ਦੇ ਵਿੱਚ। ਹਾਂਜੀ। ਇਹਦਾ ਪਰਪਸ ਜਿਹੜਾ ਹੈ ਆਰਗੇਨਾਈਜੇਸ਼ਨ ਬਣਾਉਣ ਦਾ ਇਜ਼ ਟੂ ਗਿਵ ਪਲੇਟਫਾਰਮ ਟੂ ਵੂਮਨ। ਜਿਵੇਂ ਤੁਸੀਂ ਆਪਣੇ ਮੈਂਸ਼ਨ ਕੀਤਾ ਹੈ ਕਿ ਇਹ ਮੇਲ ਪ੍ਰਦਾਨ ਕੀਤਾ ਹੈ, ਇਹ ਰਿਐਲਿਟੀ ਹੈ ਕਿ ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਹਾਲੇ ਤੱਕ ਸਿਰਫ 3% ਹੀ ਵੂਮਨ ਪਾਰਟੀਸਪੇਟ ਕਰ ਰਹੀਆਂ ਐਂਡ ਦੈਟ 3% ਇਜ਼ ਉਹਦੇ ਵਿੱਚ ਡਿਸਪੈਚਰਸ, ਆਫਿਸ ਕਲਰਕ, ਮਕੈਨਿਕਸ, ਹਰ ਤਰ੍ਹਾਂ ਦਾ ਹੈ। ਇਟਸ ਨਾਟ ਕਿ 3% ਉਹ ਡਰਾਈਵਰਸ ਨੇ। ਅਤੇ ਜਦੋਂ ਕਿ ਜਿਹੜੀ ਟਰਾਂਸਪੋਰਟੇਸ਼ਨ ਇੰਡਸਟਰੀ ਹੈ ਇਹਦੇ 'ਚ ਹਮੇਸ਼ਾ ਹੀ ਡਰਾਈਵਰਾਂ ਦੀ ਘਾਟ ਰਹੀ ਹੈ ਔਰ ਪ੍ਰੋਫੈਸ਼ਨਲ ਡਰਾਈਵਰ ਇੱਕ ਬੜਾ ਰਿਸਪੈਕਟਡ ਕਿੱਤਾ ਹੈਗਾ। ਸੋ ਇਹ ਆਰਗੇਨਾਈਜੇਸ਼ਨ ਦਾ ਪਰਪਸ ਇਹੀ ਹੈ ਵੀ ਟੂ ਬਰਿੰਗ ਅਵੇਅਰਨੈਸ, ਟੂ ਕ੍ਰੀਏਟ ਅ ਪਲੇਟਫਾਰਮ ਫॉर ਵੂਮਨ, ਜਿੱਥੇ ਕਿ ਉਹ ਈਜ਼ੀਲੀ ਆ ਕੇ ਆਪਦੀਆਂ ਜੋ ਉਹਨਾਂ ਦੇ ਚੈਲੰਜਸ ਹੈ, ਜੋ ਉਹਨਾਂ ਦੇ ਕੁਐਸਚਨਸ ਹੈ ਜਾਂ ਉਹ ਕਰਨਾ ਚਾਹੁੰਦੀਆਂ ਉਹ ਆ ਕੇ ਇਹਨਾਂ ਨਾਲ ਸਾਡੇ ਨਾਲ ਡਿਸਕਸ ਕਰਨ, ਜਾਂ ਜਿਹੜੇ ਹੋਰ ਕੁੜੀਆਂ ਇਸ ਕਿੱਤੇ ਦੇ ਵਿੱਚ ਹੈਗੀਆਂ ਉਹਨਾਂ ਤੋਂ ਉਹਨਾਂ ਦੇ ਐਕਸਪੀਰੀਅੰਸ ਪੁੱਛਣ ਜਾਂ ਉਹਨਾਂ ਤੋਂ ਕੋਈ ਗਾਈਡੈਂਸ, ਮੈਂਟਰਿੰਗ ਲੈਣ। ਸੋ ਦ ਪਰਪਸ ਇਜ਼ ਮੇਨ ਵੀ to bring awareness within the woman। ਬਿਲਕੁਲ ਨਹੀਂ, ਕਿਉਂਕਿ ਬੀਇੰਗ ਐਜ਼ ਅ ਵੂਮਨ ਉਹਨਾਂ ਦੇ ਜਦੋਂ ਉਹ ਇਸ ਪ੍ਰੋਫੈਸ਼ਨ ਨੂੰ ਜੁਆਇਨ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਦਿਲ ਵਿੱਚ ਲੋਟਸ ਆਫ ਕੁਐਸਚਨਸ ਹੁੰਦੇ ਨੇ ਕਿ ਅਸੀਂ ਓਵਰ ਦਾ ਰੋਡ ਜਾਵਾਂਗੀਆਂ, ਸਾਡੀ ਸਿਕਿਉਰਿਟੀ ਕਿੱਦਾਂ ਹੋਊਗੀ, ਅਸੀਂ ਸਮ ਟਾਈਮ ਨਾਈਟ ਸਟੇ ਬਾਹਰ ਕਰਨੀ ਪੈ ਜਾਂਦੀ ਆ, ਅਸੀਂ ਉੱਥੇ ਸੇਫ ਕਿੱਦਾਂ ਹੋਵਾਂਗੀਆਂ, ਜਾਂ ਜਦੋਂ ਅਸੀਂ ਬਾਹਰ ਹੋਵਾਂਗੀਆਂ ਤਾਂ ਅਸੀਂ ਆਪਣਾ ਪਿੱਛੇ ਫੈਮਿਲੀ ਨੂੰ ਕਿੱਦਾਂ ਮੈਨੇਜ ਕਰਾਂਗੀਆਂ, ਜਾਂ ਆਪਣੀ ਹੈਲਥ ਨੂੰ ਲੈ ਕੇ ਥੋੜ੍ਹੀਆਂ ਕੌਨਸ਼ੀਅਸ ਹੋਣਗੀਆਂ ਕਿ ਅਸੀਂ ਉਹ ਕਿੱਥੇ ਆਪਣੀ ਹੈਲਥ ਮੇਨਟੇਨ ਕਰਾਂਗੇ। ਸੋ ਕਈ ਚੀਜ਼ਾਂ ਨੋ ਡਾਊਟ ਉਹਨਾਂ ਦੇ ਖਿਆਲ ਆਉਂਦੇ ਹੋਣਗੇ ਕਿ ਇਹਨਾਂ ਨੂੰ ਅਸੀਂ ਕਿੱਦਾਂ ਕਰ ਸਕਦੇ ਹਾਂ। ਸੋ ਸੁਖਦੀਪ ਕੰਗ ਜੀ ਉਹਨਾਂ ਸਾਰੇ ਕੁਐਸਚਨਾਂ ਦਾ ਤੁਹਾਨੂੰ ਹੱਲ ਦੇਣਗੇ ਜੇ ਤੁਸੀਂ ਸੋਚ ਰਹੇ ਹੋ ਇਸ ਕਿੱਤੇ ਦੇ ਵਿੱਚ ਆਉਣ ਦਾ। ਆਈ ਐਮ ਰਾਈਟ? Yes, you're right. I will try my best. So yeah, that's good. ਤੇ ਸੁਖਦੀਪ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੱਦਾਂ ਸਬਬ ਮਿਲਿਆ ਤੁਹਾਡਾ ਵੀ ਤੁਸੀਂ ਇਸ ਆਰਗੇਨਾਈਜੇਸ਼ਨ ਨੂੰ ਤੁਸੀਂ ਕਿੱਦਾਂ ਜੁਆਇਨ ਕੀਤਾ? ਰਵਿੰਦਰ ਜੀ, ਐਜ਼ ਯੂ ਨੋ ਮੈਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਹਾਂ ਔਰ ਜਿਹੜਾ ਮੇਰਾ ਸਮਹਾਓ ਇਹ ਸਬਬ ਹੈ ਵੀ ਮੈਂ ਟਰਾਂਸਪੋਰਟੇਸ਼ਨ ਹੀ ਜ਼ਿਆਦਾ ਦੈਟ ਇਜ਼ ਦ ਨੀਸ਼ ਪ੍ਰੋਗਰਾਮ ਜਿਹੜਾ ਅਸੀਂ ਕਰਦੇ ਹਾਂ, ਬਹੁਤੀ ਟਰੱਕਿੰਗ ਇੰਸ਼ੋਰੈਂਸ ਹੀ ਕਰਦੇ ਹਾਂ। ਸੋ ਮੇਰਾ ਵਾ ਹਮੇਸ਼ਾ ਹੀ
ਟਰੱਕਿੰਗ ਕੰਪਨੀਆਂ, ਟਰੱਕਿੰਗ ਇੰਸ਼ੋਰੈਂਸ ਕੰਪਨੀਆਂ ਔਰ ਟਰੱਕ ਡਰਾਈਵਰਸ ਦੇ ਨਾਲ ਪੈਂਦਾ। ਸ਼ੈਲੀ ਜੋ ਸਾਡੀ ਪ੍ਰੈਜ਼ੀਡੈਂਟ ਹੈ, CEO ਹੈ, ਉਹ ਵੀ ਟਰੱਕ ਡਰਾਈਵਰ ਹੀ ਸੀ ਮੋਰ ਦੈਨ 20 years। ਸੋ 2016 ਦੇ ਵਿੱਚ ਜਦੋਂ ਉਹਨਾਂ ਨੇ ਇਹ ਆਰਗੇਨਾਈਜੇਸ਼ਨ ਸ਼ੁਰੂ ਕੀਤੀ, ਸੋ ਸ਼ੀ ਕੰਟੈਕਟਡ ਮੀ ਬਿਕਾਜ਼ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਆਪਣੀ ਪੰਜਾਬੀ ਕਮਿਊਨਿਟੀ ਆ, ਆਲਮੋਸਟ 60% ਆਫ ਦ ਇੰਡਸਟਰੀ ਇਜ਼ ਨਾਓ ਓਨਡ ਬਾਏ ਔਰ ਜਾਂ ਡਰਾਈਵਰਸ ਹੋਣ ਜਾਂ ਡਿਸਪੈਚਰਸ ਹੋਣ, ਆਪਣੇ 60% ਪੰਜਾਬੀ ਜਿਹੜੇ ਹੈਗੇ ਆ ਇਸ ਇੰਡਸਟਰੀ ਦੇ ਵਿੱਚ ਹੈਗੇ ਆ। ਸੋ ਸ਼ੈਲੀ ਨੇ ਮੈਨੂੰ ਅਪਰੋਚ ਕੀਤਾ ਬਿਕਾਜ਼ ਇੰਸ਼ੋਰੈਂਸ ਇੰਡਸਟਰੀ ਦੇ ਥਰੂ ਮੈਨੂੰ ਸ਼ੀ ਵਾਜ਼ ਨੋਨ ਟੂ ਮੀ। So then she appointed me as a director. So now मैं ਜਿਹੜੀ Women Trucking Federation of Canada ਦੇ ਵਿੱਚ as a director ਕੰਮ ਕਰਦੀ ਹਾਂ। Very good. So this is all about it, like to bring awareness in Punjabi community. ਮੇਰਾ ਜਿਹੜਾ motive ਹੋਊਗਾ, it will be ਆਪਣੀਆਂ ਪੰਜਾਬੀ ਕੁੜੀਆਂ ਨੂੰ ਅੱਗੇ ਲਿਆਉਣਾ। ਰਾਈਟ ਸੋ ਸੁਖਦੀਪ, ਸਾਨੂੰ ਇਹ ਦੱਸੋ ਵੀ ਇਹ ਜਿਹੜੀ ਫੈਡਰੇਸ਼ਨ ਆ, ਇਹਨਾਂ ਦੇ ਕੀ ਪ੍ਰਿੰਸੀਪਲ ਨੇ, ਕੀ ਫੰਡਾਮੈਂਟਲ ਨੇ, ਤੇ ਇਹ ਸਾਡੀ ਕਮਿਊਨਿਟੀ ਨੂੰ ਕਿੱਦਾਂ ਹੈਲਪ ਕਰੂਗੀ? ਕੀ ਹੈਗਾ ਜਿਹੜਾ ਕਿ ਸਪੋਜ਼ ਮੈਂ ਤੁਹਾਡੀ ਫੈਡਰੇਸ਼ਨ ਨੂੰ ਜੁਆਇਨ ਕਰਦੀ ਹਾਂ ਤੇ ਮੈਨੂੰ ਕੀ ਬੈਨੀਫਿਟ ਮਿਲਣਗੇ? ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂਸ਼ਨ ਕੀਤਾ ਹੈ, ਟ੍ਰੇਨਿੰਗ ਵਾਸਤੇ, ਮੈਂਟਰਿੰਗ ਵਾਸਤੇ ਅੱਜ ਇਸ ਟਾਈਮ ਆਲਮੋਸਟ 300 ਕੁੜੀਆਂ ਹੈਗੀਆਂ ਜਿਹੜੀਆਂ ਕਿਸੇ ਨਾ ਕਿਸੇ ਮੈਂਟਰਿੰਗ ਪ੍ਰੋਗਰਾਮ ਜਾਂ ਟ੍ਰੇਨਿੰਗ ਪ੍ਰੋਗਰਾਮ ਇਨਕਲੂਡਿੰਗ ਵੀ ਐਮਪਲਾਈਮੈਂਟ ਦੇ ਮਤਲਬ ਤੁਹਾਨੂੰ ਸਹੀ ਆਰਗੇਨਾਈਜੇਸ਼ਨ ਦੇ ਨਾਲ ਐਸੋਸੀਏਟ ਕਰਨਾ। ਕਾਫੀ ਕੰਪਨੀਆਂ ਹੈਗੀਆਂ ਜਿੱਥੇ ਕਿ ਉਹਨਾਂ ਦੇ ਟਰੱਕਿੰਗ ਕੰਪਨੀਆਂ ਜਿੱਥੇ ਕਿ ਤੁਸੀਂ ਜਿਵੇਂ ਏਜ਼ ਦਾ ਡਰਾਈਵਰ ਲਾਇਸੈਂਸ ਲੈਣਾ ਤਾਂ ਕੋਈ ਔਖਾ ਨਹੀਂ ਹੈਗਾ, ਪਰ ਉਸ ਤੋਂ ਬਾਅਦ ਜੌਬ ਲੱਭਣੀ ਬੜੀ ਔਖੀ ਹੈ। ਜਾਂ ਜੇ ਤੁਸੀਂ ਜੌਬ ਵੀ ਲੈ ਲੈਂਦੇ ਹੋ ਤਾਂ ਉੱਥੇ ਕੀ ਤੁਹਾਨੂੰ ਉਹ ਕੰਪਨੀ ਪ੍ਰੋਪਰ ਸਿਖਲਾਈ ਦੇ ਰਹੀ ਹੈ? ਕਿਉਂਕਿ ਇੱਕ ਲਾਇਸੈਂਸ ਲੈਣਾ 1 ਮਹੀਨੇ 'ਚ ਜਾਂ 2 ਮਹੀਨਿਆਂ 'ਚ ਤੇ ਰੋਡ ਤੇ ਜਾਣਾ, ਜਿਹੜੇ ਕਿ ਰੀਅਲ ਚੈਲੰਜਸ ਆ, ਜਿਵੇਂ ਤੁਸੀਂ US ਜਾਂਦੇ ਹੋ ਜਾਂ ਹਾਈਵੇ ਤੇ ਜਾਂਦੇ ਹੋ, ਉਹ ਟੋਟਲੀ ਡਿਫਰੈਂਟ ਹੈ। ਸੋ ਉਹਦੇ ਵਾਸਤੇ ਤੁਹਾਨੂੰ ਉਹੋ ਜਿਹੀ ਕੰਪਨੀ ਦੇ ਨਾਲ ਅਟੈਚ ਕਰਨਾ ਜਿੱਥੇ ਕਿ ਪ੍ਰੋਪਰ ਮੈਂਟਰਿੰਗ ਹੈਗੀ ਹੈ, ਡਰਾਈਵਰ ਟ੍ਰੇਨਿੰਗ ਹੈਗਾ, ਜਿੱਥੇ ਕਿ 1 ਸਾਲ ਦਾ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਚੱਲ ਰਹੇ ਹੈ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਰਗੇਨਾਈਜੇਸ਼ਨ ਪ੍ਰੋਵਾਈਡ ਕਰੇਗੀ। ਟ੍ਰੇਨਿੰਗ, ਮੈਂਟਰਿੰਗ, giving awareness. There is human trafficking ਜਿਹੜੀ ਹੈਗੀ ਹੈ in the past it was a big challenge, ਉਹਦੇ ਵਾਸਤੇ awareness create ਕਰਨਾ। ਈਵਨ ਹੈਲਥ ਐਂਡ ਸੇਫਟੀ, ਜਿਵੇਂ ਹੁਣ ਕੋਵਿਡ ਵਾਸਤੇ ਸਾਡੀ ਜਿਹੜੀ CEO ਹੈ ਸ਼ੈਲੀ, ਉਹ ਆਪ ਸਾਰੇ ਕੈਨੇਡਾ ਦੇ ਵਿੱਚ ਟ੍ਰੇਲਰ ਰੈਪ ਕਰਕੇ ਨਾਰਥ ਅਮਰੀਕਾ ਦੇ ਵਿੱਚ ਐਕਚੁਅਲੀ ਟੂ ਫਲੈਟਨ ਦ ਕਰਵ ਉਹਨੇ ਆਪ ਟਰੱਕ ਚਲਾ ਕੇ, ਟਰੱਕ ਟ੍ਰੇਲਰ ਲੈ ਕੇ ਸਾਰੇ ਹੀ ਨਾਰਥ ਅਮਰੀਕਾ ਦੇ ਵਿੱਚ ਗੇੜਾ ਲਾਇਆ। ਸੋ ਐਨੀਥਿੰਗ ਦੈਟ ਇਜ਼ ਟੂ ਬ੍ਰਿੰਗ ਅਵੇਅਰਨੈਸ ਫਾਰ ਵੈਲ ਬੀਇੰਗ ਆਫ ਵੂਮਨ, ਫਾਰ ਬੈਟਰ ਅਪਰਚੁਨਿਟੀਜ਼, ਐਮਪਲਾਈਮੈਂਟ, ਔਰ ਕਿਸੇ ਵੀ ਤਰ੍ਹਾਂ ਦਾ ਜਿਹੜੀ ਕਿ ਐਮਪਲਾਈਮੈਂਟ ਦੇ ਨਾਲ ਰਿਲੇਟਡ ਹੈ ਜਾਂ ਵੂਮਨ ਦੇ ਨਾਲ ਰਿਲੇਟਡ ਹੈ, ਜਿੱਥੇ ਵੀ ਕੋਈ ਹੈਲਪ ਹੋ ਸਕਦੀ ਹੋਈ, ਇਟ ਇਜ਼ ਦੇਅਰ। Yeah, so that's actually wonderful because ਸੁਖਦੀਪ ਦੇਖਿਆ ਗਿਆ ਹੈ ਕਿ ਜਦੋਂ ਵੀ ਨੋ ਡਾਊਟ ਚਲੋ ਕੈਨੇਡਾ ਆ, ਇੱਥੇ ਤਾਂ ਆਪਾਂ ਉਹ ਚੀਜ਼ ਕਰ ਨਹੀਂ ਸਕਦੇ, ਬਟ ਫਿਰ ਵੀ ਕਿਤੇ ਨਾ ਕਿਤੇ ਜਦੋਂ ਕਹਿ ਦਿਓ ਕਿ ਮਰਦ ਪ੍ਰਧਾਨ ਪ੍ਰੋਫੈਸ਼ਨ ਆ ਜਾਂਦਾ ਆ, ਰਾਈਟ, ਉੱਥੇ ਕਿਤੇ ਨਾ ਕਿਤੇ ਜਿਹੜੀਆਂ ਵੂਮਨ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਕਹਿ ਲਓ ਕਿ ਡੀਮੋਟੀਵੇਟ ਉਹ ਕੀਤਾ ਜਾਂਦਾ ਆ ਜਾਂ ਹੋ ਜਾਂਦੀਆਂ ਨੇ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਬਹੁਤ ਮੋਰਲ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਕਿ ਕੋਈ ਨਾ ਕੋਈ ਆਰਗੇਨਾਈਜੇਸ਼ਨ ਜਾਂ ਕੋਈ ਨਾ ਕੋਈ ਉਹਨਾਂ ਦਾ ਮੈਂਟਰ ਉਹਨਾਂ ਦੇ ਪਿੱਛੇ ਖੜਾ ਹੋਵੇ, ਜਿਹੜਾ ਕਿ ਉਹਨਾਂ ਨੂੰ ਟਾਈਮ ਟੂ ਟਾਈਮ ਲੱਗੇ ਕਿ ਮੇਰੇ ਪਿੱਛੇ ਇੱਕ ਸਪੋਰਟ ਖੜੀ ਆ, ਤੇ ਮੈਨੂੰ ਜੇ ਕੋਈ ਵੀ ਇੰਡਸਟਰੀ ਦੇ ਵਿੱਚ ਜਾਂ ਓਵਰ ਦਾ ਰੋਡ ਜਾਂ ਕਿਤੇ ਵੀ ਵਰਕ ਪਲੇਸ 'ਤੇ ਕਦੇ ਵੀ ਇਸ਼ੂ ਆ ਜਾਂਦਾ ਆ ਤਾਂ ਦੇਰ ਇਜ਼ ਸਮਵਨ ਕਿ ਮੈਂ ਉਹਨਾਂ ਖੁੱਲ੍ਹ ਕੇ ਗੱਲ ਕਰ ਸਕਦੀ ਹਾਂ, ਅਤੇ ਉਹ ਮੇਰੀ ਸਪੋਰਟ ਲਈ, ਮੇਰੀ ਹੈਲਪ ਲਈ ਉੱਥੇ ਖੜੇ ਨੇ, ਰਾਈਟ। ਸੋ ਆਈ ਥਿੰਕ ਦਿਸ ਇਜ਼ ਵਟ ਜੇ ਕੋਈ ਨਵੀਂ ਕੋਈ ਸਾਡੇ ਭੈਣ ਕੋਈ ਇਸ ਪ੍ਰੋਫੈਸ਼ਨ ਦੇ ਵਿੱਚ ਆਉਣ ਨੂੰ ਸੋਚ ਰਹੀ ਆ, ਆਈ ਥਿੰਕ ਕਿ ਉਹ ਇਹ ਸਭ ਕੁਐਸਚਨਸ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਕੇ ਉਹ ਤੁਹਾਡੀ ਹੈਲਪ ਲੈ ਸਕਦੀ ਆ, ਰਾਈਟ। ਬਿਲਕੁਲ, ਸਾਡੀ ਹੈਲਪਲਾਈਨ ਆਲ ਦ ਨੰਬਰਸ ਜਿਹੜੇ ਵੈਬਸਾਈਟ 'ਤੇ ਵੀ ਹਮੇਸ਼ਾ ਹੀ ਓਪਨ ਰਹਿੰਦੇ ਆ। ਮੈਂ ਆਪਦਾ ਸੈੱਲ ਫੋਨ ਵੀ ਦਿੰਦੀ ਹਾਂ, ਸ਼ੈਲੀ ਇਜ਼ always ready to give her cell phone, and sometime ਉਹਨੂੰ ਲੋਕ ਕਾਲ ਕਰਦੇ ਆ, ਨੰਬਰ ਲੱਭ ਕੇ, and she is always there, people call me as well। ਤੁਸੀਂ ਮੈਂਸ਼ਨ ਕੀਤਾ ਵੀ ਇਹ ਕੈਨੇਡਾ ਇੱਥੇ ਮਰਦ ਪ੍ਰਧਾਨ ਇਜ਼ ਨਾਟ ਅ ਚੈਲੰਜ। ਐਕਚੁਅਲੀ ਦੁਨੀਆ ਦੇ ਵਿੱਚ ਕਿਤੇ ਵੀ ਚਲੇ ਜਾਓ, ਇਹ ਜਿਹੜਾ ਮੇਲ ਡੋਮੀਨੇਸ਼ਨ ਇਜ਼ ਦੇਅਰ। ਇਹ ਇਟ ਇਜ਼ ਨਾਟ ਕਿ ਕੋਈ ਕਲਚਰ ਕ੍ਰੀਏਟ ਕਰਦਾ, ਆਈ ਥਿੰਕ ਸ਼ੁਰੂ ਤੋਂ ਮਤਲਬ ਘਰਾਂ ਦੇ ਵਿੱਚੋਂ ਹੀ ਸ਼ੁਰੂ ਹੁੰਦੀ ਹੈ।
ਬੇਸ਼ੱਕ ਉਹ ਕੋਈ ਕੈਨੇਡੀਅਨ ਹੋਣ, ਬੇਸ਼ੱਕ ਕੋਈ ਅਮਰੀਕਨ ਹੋਣ, ਇੰਡੀਅਨ ਹੋਣ, ਬਲੈਕ, ਪਰਪਲ, ਬਲੂ, ਇਟ ਡਜ਼ ਨਾਟ ਮੈਟਰ, ਡਿਸਕ੍ਰਿਮੀਨੇਸ਼ਨ ਐਗਜ਼ਿਸਟ ਐਵਰੀਵੇਅਰ। ਐਂਡ ਫॉर श्योर ਜਿਵੇਂ ਜਿਵੇਂ ਅਵੇਅਰਨੈਸ ਆਉਂਦੀ ਹੈ, ਜਿਵੇਂ ਜਿਵੇਂ ਤੁਹਾਡੇ ਲਾਈਫ ਐਕਸਪੀਰੀਅੰਸ ਆਉਂਦੇ ਆ ਹੁੰਦੇ ਆ, ਫਿਰ ਉਹ ਤੁਹਾਨੂੰ ਸਿਖਾ ਦਿੰਦੇ ਆ ਵੀ ਹਾਊ ਟੂ ਡੀਲ ਵਿਦ ਇਟ। ਜੇ ਤੁਸੀਂ ਕਹੋ ਵੀ ਕੋਈ ਸਟਰੋਂਗ ਵੂਮਨ ਆ, ਉਹ ਇਹ ਨਹੀਂ ਫੀਲ ਕਰਦੀ, ਜਾਂ ਕਿਸੇ ਫੀਲਡ 'ਚ ਇਨਕਲੂਡਿੰਗ ਇੰਸ਼ੋਰੈਂਸ ਜਾਂ ਟਰੱਕਿੰਗ, ਵੀ ਇਹ ਨਹੀਂ ਐਗਜ਼ਿਸਟ ਕਰਦਾ ਜਾਂ ਇਹ ਖਤਮ ਹੋ ਗਿਆ ਜਾਂ ਖਤਮ ਹੋ ਜਾਊਗਾ, ਇਟ ਇਜ਼ ਨਾਟ ਗੋਇੰਗ ਟੂ ਹੈਪਨ। ਵੀ ਹੈਵ ਟੂ ਐਕਸੈਪਟ ਕਿ ਡਿਸਕ੍ਰਿਮੀਨੇਸ਼ਨ ਹੈਪਨ। ਈਵਨ ਆਪਣਾ ਦਾ ਪ੍ਰਾਈਮ ਮਿਨਿਸਟਰ ਵੀ ਐਡਮਿਟ ਕੀਤਾ ਵੀ ਹਾਂਜੀ ਦੇ ਐਕਨੋਲੇਜ ਕਿ ਇਹ ਡਿਸਕ੍ਰਿਮੀਨੇਸ਼ਨ ਹੈਪਨ, ਰੇਸਿਜ਼ਮ ਹੈਪਨ, ਐਵਰੀਥਿੰਗ ਇਜ਼ ਦੇਅਰ, ਬਟ ਆਲ ਵੀ ਹੈਵ ਟੂ ਡੂ ਇਜ਼ ਸਟੈਂਡ ਅਪ ਫॉर ਆਵਰਸੈਲਫ। ਐਂਡ ਆਪਦੇ ਆਪ 'ਚ ਹੀ ਆਪਾਂ ਨੂੰ ਤਕੜਾ ਕਰਨਾ ਪੈਣਾ। ਆਪਦੇ ਆਪ ਆਪਣੀਆਂ, ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਲੜਨ ਵਾਸਤੇ ਤੁਹਾਡੀ ਆਪਦੀ ਸਟਰੈਂਥ ਇੰਨੀ ਹੋਣੀ ਚਾਹੀਦੀ ਹੈ, ਤੁਹਾਨੂੰ ਨੌਲੇਜ ਇੰਨੀ ਹੋਣੀ ਚਾਹੀਦੀ ਹੈ, ਤੁਹਾਨੂੰ ਅਵੇਅਰਨੈਸ ਇੰਨੀ ਹੋਣੀ ਚਾਹੀਦੀ ਹੈ ਵੀ ਜੇ ਤੁਹਾਨੂੰ ਕੋਈ ਚੈਲੰਜ ਆਉਂਦਾ ਹੈ, ਇਨਕਲੂਡਿੰਗ ਫਿਜ਼ੀਕਲ ਫਿਟਨੈਸ। ਆਈ ਆਲਵੇਜ਼ ਸੇ ਟੂ ਵੂਮਨ ਲਾਈਕ ਵਾਈ ਦੇ ਫੀਲ ਦੇ ਆਰ they are fragile, they cannot be as men can be, they cannot do what men can do. Why you limit yourself? Why can't you say I can do anything that men can do? You may have you may not be physically 100% as men are, ਪਰ ਤੁਸੀਂ ਮੈਂਟਲੀ ਉਹਨਾਂ ਨਾਲੋਂ ਸਟਰੋਂਗ ਹੋ। ਜਨਾਨੀਆਂ ਨੂੰ ਤਾਂ ਕਦੇ, ਕੁੜੀਆਂ ਨੂੰ ਤਾਂ ਕਦੇ ਸੋਚਣਾ ਹੀ ਨਹੀਂ ਚਾਹੀਦਾ ਕਿ ਬੰਦੇ ਉਹਨਾਂ ਨਾਲੋਂ ਸਟਰੋਂਗ ਹੈ। ਆਈ ਥਿੰਕ ਪਰਮਾਤਮਾ ਨੇ ਤੁਹਾਨੂੰ ਬੰਦਿਆਂ ਨਾਲੋਂ ਤਕੜੇ ਕਰਕੇ ਭੇਜਿਆ। ਤੁਸੀਂ ਉਹ ਬੰਦਿਆਂ ਨੂੰ ਜਨਮ ਦੇਣ ਵਾਲੀਆਂ, ਤੁਸੀਂ ਉਹਨਾਂ ਨੂੰ ਪਾਲਣ ਵਾਲੀਆਂ, ਤੁਸੀਂ ਉਹਨਾਂ ਨੂੰ ਪਿਆਰ ਕਰਨ ਵਾਲੀਆਂ, ਤੁਸੀਂ ਫਿਰ ਤੁਸੀਂ ਇਹ ਕਿਵੇਂ ਸੋਚਦੇ ਹੋ ਵੀ ਤੁਸੀਂ ਬੰਦਿਆਂ ਦੇ ਨਾਲੋਂ ਘੱਟ ਹੋ ਜਾਂ ਮੁੰਡਿਆਂ ਨਾਲੋਂ ਘੱਟ ਹੋ? ਆਈ ਥਿੰਕ ਵੀ ਆਰ ਇਕੁਅਲੀ ਗੁੱਡ ਔਰ ਵੀ ਆਰ ਬੈਟਰ ਦੈਨ ਦੈਮ। If the attitude is like that, then you will excel through and sky is the limit. ਪਰ ਜੇ ਤੁਸੀਂ ਆਪਦੀ ਸੋਚ ਨੂੰ ਇੱਥੋਂ ਤੱਕ ਲਿਮਿਟਡ ਰੱਖ ਲਿਆ ਵੀ ਨਹੀਂ ਇਹ ਤਾਂ ਮੇਲ ਪ੍ਰਧਾਨ ਆ, ਨਹੀਂ ਟਰੱਕਿੰਗ ਤਾਂ ਬੰਦੇ ਹੁੰਦੇ, ਨਹੀਂ ਇੰਸ਼ੋਰੈਂਸ ਤਾਂ ਬੰਦੇ ਹੁੰਦੇ ਆ, ਨਹੀਂ ਪੁਲਿਸਿੰਗ ਤਾਂ ਬੰਦੇ ਹੁੰਦੇ, ਨਹੀਂ ਇਸ ਬਿਜ਼ਨਸ ਤਾਂ ਬੰਦੇ ਹੁੰਦੇ, ਯਾ ਦੇ ਆਰ ਐਵਰੀਵੇਅਰ ਐਂਡ ਸੋ ਵੀ ਕੈਨ ਬੀ ਦੇਅਰ। ਸਾਡੇ ਇੰਡੀਆ ਦੀ ਪ੍ਰਧਾਨ ਮੰਤਰੀ ਕਿਸੇ ਟਾਈਮ ਇੰਦਰਾ ਗਾਂਧੀ ਰਹੀ ਹੈ ਔਰ ਉਹਨੇ ਬੜੇ ਧੜੱਲੇ ਨਾਲ ਰਾਜ ਕੀਤਾ। ਬੇਸ਼ੱਕ ਠੀਕ ਹੈ, ਜਦੋਂ ਕੋਈ ਵੀ ਬੰਦਾ ਪੋਲੀਟੀਸ਼ੀਅਨ ਹੁੰਦਾ ਉਹਦੇ 'ਚੋਂ ਗਲਤੀਆਂ ਵੀ ਹੁੰਦੀਆਂ, ਠੀਕ ਵੀ ਕਰਦੇ, ਗਲਤ ਵੀ ਕਰਦੇ ਆ, ਪਰ ਸ਼ੀ ਵਾਜ਼ ਅ ਪਾਵਰਫੁਲ ਵੂਮਨ। ਸੋ ਵੀ ਸ਼ੁਡ ਲੁੱਕ ਐਟ ਦੋਜ਼ ਪੀਪਲ, ਲੁੱਕ ਐਟ ਮਾਈ ਭਾਗੋ, ਰਾਣੀ ਝਾਂਸੀ। ਸੋ ਉਹ ਸਾਰੀਆਂ ਜਨਾਨੀਆਂ ਹੀ ਸੀ। ਸੋ ਵਾਈ ਕੈਂਟ ਵੀ ਬੀ ਲਾਈਕ ਦੈਮ? ਸੋ ਵੀ ਸ਼ੁਡ ਲੁੱਕ ਅਪ ਟੂ ਜੋ ਸਾਡੇ ਰੋਲ ਮਾਡਲ ਹੈ। ਰੋਲ ਮਾਡਲ ਆਪਣੀ ਕਮਿਊਨਿਟੀ ਦੇ ਵਿੱਚ, ਸਿੱਖੀਜ਼ਮ ਦੇ ਵਿੱਚ ਤਾਂ ਜਨਾਨੀ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਗਿਆ। ਸੋ ਮੇਰੀ ਸਾਰੀਆਂ ਕੁੜੀਆਂ ਨੂੰ ਇਹੀ ਹੁੰਦਾ ਵੀ ਆਪਦੇ ਆਪ 'ਚ ਟਰਸਟ ਕਰੋ। ਤੁਸੀਂ ਇਹ ਸੋਚੋ ਮੈਂ ਕੀ ਕਰ ਸਕਦੀ ਹਾਂ, ਜੇ ਮੇਰੇ 'ਚ ਜੇ ਕੈਪੇਬਿਲਿਟੀ ਨਹੀਂ ਹੈਗੀ ਤਾਂ ਮੈਂ ਜ਼ਰੂਰ ਸਿੱਖ ਸਕਦੀ ਹਾਂ। ਟੈਕਨੀਕਲ ਸਕਿੱਲ ਕੋਈ ਵੀ ਅਕਵਾਇਰ ਕੀਤੀ ਜਾ ਸਕਦੀ ਹੈ, ਭਾਵੇਂ ਉਹ ਟਰੱਕ ਚਲਾਉਣਾ ਹੋਵੇ, ਭਾਵੇਂ ਟੈਕਸੀ ਚਲਾਉਣੀ ਹੋਵੇ, ਭਾਵੇਂ ਕਾਰ ਚਲਾਉਣੀ ਹੋਵੇ, ਭਾਵੇਂ ਇੰਸ਼ੋਰੈਂਸ ਸੈਲ ਕਰਨੀ ਹੋਵੇ ਜਾਂ ਡਾਕਟਰ, ਕੋਈ ਵੀ ਕੰਮ ਹੈ ਜਿਹੜਾ ਹਰ ਕੋਈ ਕਰ ਸਕਦਾ ਹੈ, ਰਿਗਾਰਡਲੈਸ ਆਫ ਜੈਂਡਰ। ਸੋ ਵੀ ਸ਼ੁਡ ਲੁੱਕ ਬਿਯੋਂਡ ਜੈਂਡਰ। ਸੋ ਦਿਸ ਇਜ਼ ਮਾਈ ਮੈਸੇਜ ਟੂ ਆਲ ਦ ਵੂਮਨ। ਵੰਡਰਫੁਲ ਮੈਸੇਜ ਆ ਸੁਖਦੀਪ ਜੀ ਕਿ ਕੋਈ ਵੀ ਕਿੱਤਾ ਜਿਹੜਾ ਆ ਉਹ ਜੈਂਡਰ ਵਾਈਜ਼ ਨਹੀਂ ਹੋ ਸਕਦਾ। ਕੋਈ ਵੀ ਕਿਸੇ ਇੱਕ ਕਿੱਤੇ ਨੂੰ ਆਪਾਂ ਜੈਂਡਰ ਦੇ ਬੇਸ 'ਤੇ ਨਹੀਂ ਕਹਿ ਸਕਦੇ ਵੀ ਇਹ ਕੰਮ ਸਿਰਫ ਵੂਮਨ ਕਰ ਸਕਦੀ ਆ, ਇਹ ਸਿਰਫ ਮੈਨ ਕਰ ਸਕਦਾ ਆ। ਇਟਸ ਨਾਟ ਲਾਈਕ ਦੈਟ। ਗਲੋਬਲੀ ਇਹ ਚੀਜ਼ ਪ੍ਰੂਵ ਹੋ ਚੁੱਕੀ ਹੈ ਕਿ ਵੂਮਨ ਕੈਨ ਡੂ ਐਨੀਥਿੰਗ ਵਟਐਵਰ ਦੇ ਵਾਂਟ ਟੂ ਡੂ। ਸੋ ਸਕਾਈ ਇਜ਼ ਅ ਲਿਮਿਟ, ਯੂ ਵੈਲ ਸੈਡ। ਸੋ ਸੁਖਦੀਪ ਜੀ ਅੱਗੇ ਚੱਲਦੇ ਹਾਂ। ਅ ਪਾਰਟ ਆਫ ਦਿਸ ਵੂਮਨ ਫੈਡਰੇਸ਼ਨ, ਮੈਂ ਸੁਣਿਆ ਤੁਸੀਂ ਖੁਦ ਵੀ ਆਪਣੇ ਬਿਹਾਫ 'ਤੇ ਵੂਮਨ ਐਮਪਾਵਰਮੈਂਟ ਲਈ ਬਹੁਤ ਕੁਝ ਕਰ ਰਹੇ ਹੋ। ਸਾਡੇ ਵਿਊਅਰਸ ਨਾਲ ਥੋੜੀ ਉਹ ਇਨਫੋਰਮੇਸ਼ਨ ਵੀ ਸ਼ੇਅਰ ਕਰੋ ਪਲੀਜ਼। ਸੁਰਵਿੰਦਰ, ਮੈਂ ਇਹ ਕਹਿਣਾ ਚਾਹੂੰਗੀ ਕਿ ਪਹਿਲੀ ਗੱਲ ਤਾਂ ਮੈਂ ਬਲੈਸਡ ਫੀਲ ਕਰਦੀ ਹਾਂ ਕਿ ਆਪਾਂ ਇੰਨੇ ਵਧੀਆ ਕੰਟਰੀ ਦੇ ਵਿੱਚ ਆਏ। ਇਟਸ ਅ ਕੰਟਰੀ ਆਫ ਅਪਰਚੁਨਿਟੀ। ਆਈ built from kind of ground zero. Now ਜੋ ਵੀ ਹੈ ਪਰਮਾਤਮਾ ਦੀ ਮਿਹਰ ਨਾਲ we are doing very well. ਆਰਮਰ ਇੰਸ਼ੋਰੈਂਸ ਬ੍ਰੋਕਰਸ ਅਸੀਂ 2010 ਦੇ ਵਿੱਚ ਸ਼ੁਰੂ ਕੀਤੀ ਐਂਡ ਹੁਣ ਮੇਰੇ ਕੋਲ ਆਲਮੋਸਟ 30 EMPLOYEES ਕੰਮ ਕਰਦੇ ਆ। ਉਹਨਾਂ ਦੇ ਵਿੱਚੋਂ ਆਲਮੋਸਟ 90% ਜਿਹੜੀਆਂ ਹੈਗੀਆਂ ਫੀਮੇਲਸ ਆ। ਟੂ ਐਮਪਾਵਰ ਵੂਮਨ ਵਟ ਵੀ ਡੂ ਇਜ਼, ਜੇ ਕੋਈ ਯੰਗ ਕੁੜੀ ਇੰਸ਼ੋਰੈਂਸ ਦੇ ਫੀਲਡ ਦੇ ਵਿੱਚ ਆਉਣਾ ਚਾਹੁੰਦੀ ਆ, ਅਸੀਂ ਉਹਨਾਂ ਦੀ ਫੀਸ ਵੀ ਪੇ ਕਰਦੇ ਆ, ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਆ, ਉਹਨਾਂ ਦੀ ਮੈਂਟਰਿੰਗ ਵੀ ਕਰਦੇ ਆ, ਉਹਨਾਂ ਨੂੰ ਫਿਰ ਇੰਪਲੋਇਮੈਂਟ ਦਿੰਦੇ ਆ। ਸੋ ਜੇ ਕਿਸੇ ਨੂੰ ਕੋਈ ਪਰਸਨਲੀ ਵੀ ਕੋਈ ਚੈਲੰਜ ਆਉਂਦਾ, ਬਿਕਾਜ਼ ਜਿਵੇਂ ਹੁਣ ਕਈ ਯੰਗ ਬੱਚੇ ਆ ਰਹੇ ਆ, ਕੋਈ ਸਟੂਡੈਂਟ ਆ ਰਿਹਾ, ਦੇ ਆਰ ਵਰਕਿੰਗ ਹਾਰਡ, ਪਰ ਕੋਈ ਚੈਲੰਜ ਉਹਨਾਂ ਦੀ ਜ਼ਿੰਦਗੀ 'ਚ ਆ ਜਾਂਦਾ ਜਿੱਥੇ ਉਹ ਫੀਸ ਨਹੀਂ ਪੇ ਕਰ ਸਕਦੇ ਜਾਂ ਜਿੱਥੇ
ਉਹ ਕਿਸੇ ਰੀਜ਼ਨ ਕਰਕੇ ਫਾਈਨੈਂਸ਼ੀਅਲੀ ਉਹਨਾਂ ਨੂੰ ਕੋਈ ਚੈਲੰਜ ਆ ਜਾਂਦਾ ਹੈ, ਸੋ ਆਰਮਰ ਇੰਸ਼ੋਰੈਂਸ ਬ੍ਰੋਕਰ ਇਜ਼ ਆਲਵੇਜ਼ देयर ਟੂ ਸਪੋਰਟ them। ਐਂਡ ਮੇਰਾ ਐਕਸਪੀਰੀਅੰਸ ਐਜ਼ ਅ ਪੁਲਿਸ ਅਫਸਰ ਵੀ ਹੈ। ਜੇ ਕੋਈ ਕੁੜੀ ਕਹਿੰਦੀ ਹੈ ਵੀ ਮੈਂ ਪੁਲਿਸ ਅਫਸਰ ਬਣਨਾ ਤਾਂ ਉਹਦੇ ਲਈ ਵੀ ਜਿੰਨੀ ਮੈਥੋਂ ਗਾਈਡੈਂਸ ਹੋ ਸਕਦੀ ਹੈ, ਜਿੰਨੀ ਸਪੋਰਟ ਹੋ ਸਕਦੀ ਹੈ, ਭਾਵੇਂ ਉਹ ਫਿਜ਼ੀਕਲ ਟ੍ਰੇਨਿੰਗ ਹੋਵੇ, ਭਾਵੇਂ ਉਹਨੂੰ ਇੰਟਰਵਿਊ ਦੇ ਲਈ ਤਿਆਰ ਕਰਨਾ ਹੋਵੇ, ਜਾਂ ਉਹਨੂੰ ਕਲਚਰ ਬਿਕਾਜ਼ ਪੁਲਿਸਿੰਗ ਕਲਚਰ ਇਟਸੈਲਫ ਐਜ਼ ਅ ਕਲਚਰ ਭਾਵੇਂ ਉਹਦੇ ਬਾਰੇ ਅਵੇਅਰ ਕਰਨਾ ਹੋਵੇ, ਜਾਂ ਉੱਥੇ ਕੀ ਚੈਲੰਜਸ ਆਉਣਗੇ, ਉਹਦੇ ਵਾਸਤੇ ਵੀ ਆਈ ਸਪੈਂਡ ਮਾਈ ਟਾਈਮ। ਅਸੀਂ ਇੱਕ ਮੈਂ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਵੀ ਰਨ ਕਰਦੀ ਹਾਂ, ਜਿਹੜੀ ਕਿ 100% ਇਜ਼ ਫੰਡਡ ਬਾਏ ਆਰਮਰ ਇੰਸ਼ੋਰੈਂਸ ਬ੍ਰੋਕਰਸ। ਉਹਦੇ ਵਿੱਚ ਅਸੀਂ ਹਰ ਸਾਲ ਇੱਕ ਯੂਨੀਵਰਸਿਟੀ ਸਟੂਡੈਂਟ ਨੂੰ ਲੈਂਦੇ ਹਾਂ। ਉਹ ਲਾਅ ਸਟੂਡੈਂਟ ਹੋ ਸਕਦਾ, ਉਹ ਇੰਜੀਨੀਅਰਿੰਗ ਦੇ ਸਟੂਡੈਂਟ ਹੋ ਸਕਦਾ, ਉਹ ਮੈਡੀਕਲ ਸਟੂਡੈਂਟ ਹੋ ਸਕਦਾ। ਸੋ ਅਸੀਂ 3-4 ਸਾਲ ਤੋਂ ਇਹ ਚਲਾ ਰਹੇ ਹਾਂ। ਸੋ ਇਸ ਟਾਈਮ ਸਾਡੇ 3-4 ਬੱਚੇ ਹੈਗੇ ਜਿਹੜੇ ਕਿ ਫੁੱਲੀ ਫੰਡਡ ਟਿਊਸ਼ਨ ਫੀ ਹੈਗੀ ਹੈ, ਜਿਹੜੀ ਕਿ ਵੂਮਨ ਐਂਡ ਯੂਥ ਐਮਪਾਵਰਮੈਂਟ ਸਰਵਿਸਿਜ਼ ਜੋ ਮੇਰੀ ਨੋਨ ਪ੍ਰੋਫਿਟ ਆਰਗੇਨਾਈਜੇਸ਼ਨ ਉਹਦੇ ਵੱਲੋਂ ਫੁੱਲੀ ਫੰਡਡ ਹੈ। ਠੀਕ ਹੈ। ਸੋ ਜਿਹੜਾ ਜੋ ਪਰਮਾਤਮਾ ਨੇ ਜੋ ਵੀ ਜਿੰਨੀ ਬਲੈਸਿੰਗਸ ਕੀਤੀਆਂ, ਮੈਂ ਉਸ ਲੈਵਲ 'ਤੇ ਮਤਲਬ ਮੈਂ ਨਹੀਂ ਕਹਿ ਸਕਦੀ ਕਿ ਅਸੀਂ ਜੀ ਮੈਂ ਬਹੁਤ ਵੈਲਦੀ ਹਾਂ ਜਾਂ ਕੁਛ ਵੀ ਹੈ, ਪਰ ਮੇਰੇ ਜੋ ਲੈਵਲ ਕੰਟੈਂਟਮੈਂਟ ਲੈਵਲ ਹੈ, ਜਿੱਥੇ ਕਿ ਮੈਂ ਸੋਚਦੀ ਹਾਂ ਕਿ ਆਈ ਕੈਨ ਗਿਵ ਬੈਕ ਟੂ ਕਮਿਊਨਿਟੀ। ਸੋ ਜੇ ਕੋਈ ਵੀ ਕਿਸੇ ਵੀ that could be, it's not really for women, it could be for a young person like male. So anyone who needs help, anyone who needs mentoring, anyone, if I could be assistance in any koi financial challenge de vich, so we will always be there. And my doors are always open, even if someone comes talk to me about the challenges that they're facing. Apni community ਅਸੀਂ ਬੜੇ ਸਿੱਖ ਕੌਮ ਬੜੀ ਵੈਸੇ ਐਡਵਾਂਸ ਕੌਮ ਹੈ ਇੱਕ ਤਰ੍ਹਾਂ। ਮੈਂ ਸਿੱਖ ਧਰਮ ਨੂੰ ਇਹ ਕਹਿੰਦੀ ਨਹੀਂ, ਇਹ ਸਾਇੰਟੀਫਿਕ ਧਰਮ ਹੈਗਾ, ਇੱਥੇ ਜੋ ਬਣਾਇਆ ਗਿਆ ਸੀ। ਪਰ ਫਿਰ ਵੀ ਜਿਹੜੇ ਆਪਾਂ ਕਈ ਵਾਰੀ ਕੀ ਹੁੰਦਾ ਕਿ ਕਈ ਚੈਲੰਜਸ ਇੱਦਾਂ ਦੇ ਹੈਗੇ ਕੁੜੀਆਂ ਨੂੰ ਜਾਂ ਯੰਗ ਮੁੰਡਿਆਂ ਨੂੰ ਵੀ ਆਉਂਦੇ ਆ ਕਿ ਉਹ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ। ਸੋ ਜਿੰਨਾ ਕੁ ਮੇਰਾ ਲਾਈਫ ਦਾ ਐਕਸਪੀਰੀਅੰਸ ਹੈ, ਆਈ ਐਮ ਨਾਟ ਮਤਲਬ ਵੀ ਕਿਸੇ ਨੂੰ ਜੱਜ ਕਰੂੰਗੀ ਵੀ ਤੂੰ ਐਂ ਕਿਉਂ ਕੀਤਾ ਜਾਂ ਤੇਰੇ ਨਾਲ ਇਹ ਕਿਉਂ ਹੋਇਆ। ਮੈਂ ਹਮੇਸ਼ਾ ਹੀ ਕਹਿੰਦੀ ਹਾਂ ਵੀ ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਉਹ ਮੇਰੇ ਨਾਲ ਕੇ ਸ਼ੇਅਰ ਕਰ ਸਕਦਾ ਹੈ। ਮੈਂ ਪੂਰੀ ਕੋਸ਼ਿਸ਼ ਕਰੂੰਗੀ ਵੀ ਉਸ ਕੁੜੀ ਨੂੰ, ਮੁੰਡੇ ਨੂੰ ਜਾਂ ਲੇਡੀ ਨੂੰ ਜਾਂ ਬੰਦੇ ਨੂੰ ਸਹੀ ਆਰਗੇਨਾਈਜੇਸ਼ਨ ਦੇ ਨਾਲ ਸਪੋਰਟ ਵਾਸਤੇ ਭੇਜਿਆ ਜਾਵੇ। ਇੱਥੇ ਬੜੇ ਕੇਸ ਇੱਦਾਂ ਦੇ ਵੀ ਹੁੰਦੇ ਆ ਜਿੱਥੇ ਯੰਗ ਕੁੜੀਆਂ ਮੁੰਡਿਆਂ ਦੇ ਨਾਲ ਸੈਕਸ਼ੂਅਲ ਅਬਿਊਜ਼ ਹੁੰਦਾ, ਸੋ ਉਹ ਕਿਸੇ ਨਾਲ ਗੱਲ ਨਹੀਂ ਸ਼ੇਅਰ ਕਰ ਸਕਦੇ। ਅਤੇ ਉਹ ਬੱਚਿਆਂ ਨੂੰ, ਕੁੜੀਆਂ ਨੂੰ, ਮੁੰਡਿਆਂ ਨੂੰ, ਹਰ ਇੱਕ ਨੂੰ ਉਹਨਾਂ ਨੂੰ ਬੜੀ ਸਪੋਰਟ ਦੀ ਲੋੜ ਹੁੰਦੀ ਹੈ। ਸੋ ਆਈ ਐਮ ਆਲਵੇਜ਼ ਓਪਨ ਵੀ ਜੇ ਕਿਸੇ ਦੇ ਨਾਲ ਕੋਈ ਵੀ ਇੱਦਾਂ ਦੀ ਕੋਈ ਅਨਫੋਰਚੂਨੇਟ ਇੰਸੀਡੈਂਟ ਹੋਇਆ ਤਾਂ ਆਈ ਐਮ ਦੇਅਰ ਟੂ ਲਿਸਨ ਟੂ ਦੈਮ ਐਂਡ provide them the right sources to go get help. Very good. So I am so impressed ਸੁਖਦੀਪ ਜੀ ਕਿ ਤੁਸੀਂ ਸਾਡੀ ਕਮਿਊਨਿਟੀ ਦੇ ਲਈ ਇੰਨਾ ਕੁਛ ਕਰ ਰਹੇ ਹੋ। ਬਾਈ ਗॉड, ਤੁਹਾਡੀਆਂ ਗੱਲਾਂ ਸੁਣ ਕੇ ਮੈਂ ਇੰਨੀ ਜ਼ਿਆਦਾ ਭਾਵੁਕ ਹੋ ਗਈ ਹਾਂ ਕਿ ਨੈਚੁਰਲੀ ਤੁਸੀਂ ਯੂ ਆਰ ਬਲੈਸਡ ਨੋ ਡਾਊਟ, ਐਂਡ ਬਲੈਸਡ ਤੇ ਨੋ ਡਾਊਟ ਬਹੁਤ ਹੋ ਜਾਂਦੇ ਨੇ, ਰੱਬ ਦੀਆਂ ਬਲੈਸਿੰਗਸ ਤੇ ਬਹੁਤ ਮਿਲ ਜਾਂਦੀਆਂ ਨੇ, ਬਟ ਉਹ ਟਾਵੇਂ ਹੀ ਹੁੰਦੇ ਨੇ ਜਿਹੜੇ ਕਿ ਸਮਝਦੇ ਨੇ ਕਿ ਅਸੀਂ ਉਸ ਸਟੇਜ 'ਚ ਪਹੁੰਚ ਗਏ ਹਾਂ ਕਿ ਅਸੀਂ ਕਮਿਊਨਿਟੀ ਨੂੰ ਉਹ ਚੀਜ਼ ਰਿਟਰਨ ਕਰ ਸਕੀਏ, ਜਿਹੜਾ ਕਿ ਮੈਂ ਬਹੁਤ ਬਾਖੂਬੀ ਦੇਖ ਰਹੀ ਹਾਂ ਕਿ ਤੁਹਾਡੇ 'ਚ ਉਹ ਫੀਲਿੰਗਸ ਹੈਗੀਆਂ ਨੇ ਕਿ ਤੁਹਾਨੂੰ ਲੱਗਦਾ ਆ ਕਿ ਮੈਂ ਹੁਣ ਉਸ ਸਟੇਜ 'ਤੇ ਆ ਗਈ ਹਾਂ ਕਿ ਮੈਂ ਲੋਕਾਂ ਦੀ ਹੈਲਪ ਕਰ ਸਕਦੀ ਹਾਂ, ਜੋ ਕਿ ਵਿਰਲਾ ਹੀ ਇਸ ਫੀਲਿੰਗਸ ਤੱਕ ਪਹੁੰਚਦਾ ਆ ਅਤੇ ਅੱਗੋਂ ਉਹਨੂੰ ਪਰਸਿਊ ਕਰ ਸਕਦਾ ਆ। ਸੋ ਹੈਡਸ ਅਪ ਟੂ ਯੂ, ਐਂਡ ਜੀ ਕਰਦਾ ਆ ਤੁਹਾਡੀਆਂ ਗੱਲਾਂ ਬਸ ਇੱਦਾਂ ਹੀ ਸੁਣਦੇ ਰਹੀਏ, ਇੱਦਾਂ ਹੀ ਕਰਦੇ ਰਹੀਏ। ਸੋ ਸੁਖਦੀਪ ਜੀ, ਜਾਣ ਤੋਂ ਪਹਿਲਾਂ ਸਾਡੇ ਵਿਊਅਰਸ ਨਾਲ ਕੋਈ ਹੋਰ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੋ ਤਾਂ ਮੈਂ ਜ਼ਰੂਰ ਚਾਹਾਂਗੀ। ਮੈਂ ਤੁਹਾਨੂੰ ਹੋਰ ਸੁਣਨਾ ਚਾਹੁੰਦੀ ਹਾਂ ਸੱਚੀ। ਸੋ ਆਲ ਆਈ ਵਿਲ ਸੇ ਇਜ਼ ਕਿ ਆਪਦੇ ਆਪ 'ਚ ਟਰਸਟ ਕਰੋ, ਆਪਦੇ ਆਪ 'ਤੇ ਭਰੋਸਾ ਕਰੋ। ਆਪਾਂ ਹਰ ਕੋਈ, ਰੱਬ ਨੇ ਸਾਨੂੰ ਜੈਂਡਰ ਬੇਸ਼ੱਕ ਡਿਫਰੈਂਟ ਹੈ ਪਰ ਆਪਾਂ ਸਾਰੇ ਇਕੁਅਲੀ ਬੋਰਨ ਆ, ਮਤਲਬ ਸਾਨੂੰ ਸਾਡੇ ਹਰ ਇੱਕ ਜਨਾਨੀ, ਬੰਦੇ, ਬੱਚੇ, ਬਜ਼ੁਰਗ ਸਾਰਿਆਂ 'ਚ ਸੇਮ ਸਟਰੈਂਥ ਹੈਗੀ ਹੈ। ਸੋ ਆਪਾਂ ਨੂੰ ਲੋੜ ਹੈਗੀ ਆਪਾਂ ਆਪਦੇ ਆਪ ਨੂੰ ਪਛਾਣੀਏ ਵੀ ਮੈਂ ਕੁਛ ਕਰ ਸਕਦਾ। ਜਿਹੜੀ ਕੋਈ ਵੀ ਚੈਲੰਜਸ ਆਉਂਦੇ ਆ, ਚੈਲੰਜ ਨੂੰ ਜੇ ਤੁਸੀਂ ਆਪਦੇ ਕੋਲੇ ਹੋਲਡ ਕਰਕੇ ਬਹਿ ਜਾਓਗੇ ਉਹਦਾ ਕੋਈ ਇਲਾਜ ਨਹੀਂ ਹੋਣਾ। ਕੋਈ ਵੀ ਭਾਵੇਂ ਮੈਂਟਲ ਹੈਲਥ ਇਸ਼ੂ ਹੈ, ਭਾਵੇਂ ਉਹ ਕੋਈ ਐਜ਼ ਆਈ ਸੈਡ ਕੋਈ ਸੈਕਸ਼ੂਅਲ ਅਬਿਊਜ਼ ਹੈ, ਮੈਂਟਲ ਅਬਿਊਜ਼ ਹੈ,
ਫਿਜ਼ੀਕਲ ਅਬਿਊਜ਼ ਹੈ, ਐਲਡਰ ਅਬਿਊਜ਼ ਹੈ, ਜੇ ਤੁਸੀਂ ਉਹਨੂੰ ਨਹੀਂ ਕਹੋਗੇ ਸਿਰਫ ਇਸ ਕਰਕੇ ਵੀ ਨਹੀਂ ਜੀ ਅਸੀਂ ਤਾਂ ਜੀ ਸਾਡਾ ਕਲਚਰ ਬਹੁਤ ਵਧੀਆ, ਅਸੀਂ ਬਾਹਰ ਗੱਲ ਨਹੀਂ ਦੱਸਣਾ ਚਾਹੁੰਦੇ, ਉਹ ਤੁਹਾਨੂੰ ਤੁਹਾਡੇ ਲਈ ਇੱਕ ਤਰ੍ਹਾਂ ਦਾ ਉਹ ਜ਼ਖਮ ਵੱਡਾ ਹੀ ਹੁੰਦਾ ਜਾਣਾ, ਉਹਦਾ ਇਲਾਜ ਨਹੀਂ ਹੋਊਗਾ। ਸੋ ਉਹ ਅਲਟੀਮੇਟਲੀ ਉਹਨੇ ਇੱਕ ਤਰ੍ਹਾਂ ਫਟ ਜਾਣਾ। ਸੋ ਇਟ ਇਜ਼ ਆਲਵੇਜ਼ ਗੁੱਡ ਵੀ ਤੁਸੀਂ ਆਪਦੀ ਸਟੈਂਡ ਅਪ ਫॉर ਯੋਰਸੈਲਫ, ਸੇ ਦ ਵੇ ਯੂ ਆਰ ਫੀਲਿੰਗ। ਜੇ ਤੁਸੀਂ ਨਹੀਂ ਕਹੋਗੇ ਤਾਂ ਤੁਹਾਡੀ ਕੋਈ ਹੈਲਪ ਵਾਸਤੇ ਨਹੀਂ ਆਊਗਾ। ਹੈਲਪ ਅਵੇਲੇਬਲ ਹੈਗੀ ਹੈ। ਇਹ ਕੰਟਰੀ ਦੇ ਵਿੱਚ ਆਪਾਂ ਬਲੈਸਡ ਹਾਂ ਵੀ ਆਪਾਂ ਇਸ ਕੰਟਰੀ ਦੇ ਵਿੱਚ ਹੈ ਅਤੇ ਹਰ ਤਰ੍ਹਾਂ ਦੀ ਹੈਲਪ ਅਵੇਲੇਬਲ ਹੈ। ਈਵਨ ਤੁਸੀਂ ਇੰਡੀਆ ਦੇ ਵਿੱਚ ਜਾਂ ਆਪਾਂ ਕਈ ਹੋਰ ਮੁਲਕਾਂ ਦੇ ਵਿੱਚ ਜਿੱਥੇ ਪੁਲਿਸ ਨੂੰ ਕਾਲ ਕਰਨ ਤੋਂ ਆਪਾਂ ਨੂੰ ਡਰ ਲੱਗਦਾ, ਇੱਥੇ ਜੇ ਤੁਸੀਂ ਪੁਲਿਸ ਨੂੰ ਕਾਲ ਕਰੋ ਮੇਰੇ ਨਾਲ ਇਹ ਹੋ ਰਿਹਾ 3 ਮਿੰਟਾਂ ਦੇ ਵਿੱਚ ਤੁਹਾਡੇ ਕੋਲ ਪੁਲਿਸ ਦੀ ਹੈਲਪ ਆ ਜਾਂਦੀ ਹੈ। ਔਰ ਉੱਥੇ ਤੁਹਾਨੂੰ ਇਹ ਕੋਈ ਤੁਹਾਡੀ ਜੱਜਮੈਂਟ ਨਹੀਂ ਹੁੰਦੀ ਵੀ ਤੁਸੀਂ ਜੀ ਤੁਹਾਡੇ ਨਾਲ ਆ ਹੋਇਆ ਅਤੇ ਕਿਉਂ ਹੋਇਆ। ਉਹ ਤੁਹਾਨੂੰ ਸੁਣਨਗੇ ਅਤੇ ਤੁਹਾਡੇ ਲਈ ਪ੍ਰੋਪਰ ਸੋਰਸਿਸ ਅਵੇਲੇਬਲ ਕਰਾਉਣਗੇ। ਸੋ ਸੇਮ ਥਿੰਗ ਜਿਹੜੇ ਵੀ ਲੋਕ ਆਪਣੇ ਬੇਸ਼ੱਕ ਕੋਈ ਇੰਟਰਨੈਸ਼ਨਲ ਸਟੂਡੈਂਟ ਹੋਣ, ਮੈਂ ਜਦੋਂ ਉਹਨਾਂ ਬਾਰੇ ਪੜ੍ਹਦੀ ਹਾਂ ਉਹ ਵੀ ਮੇਰੇ ਦਿਲ ਦੇ ਵਿੱਚ ਬੜਾ ਦੁੱਖ ਹੁੰਦਾ ਵਿਚਾਰਿਆਂ ਦੀ ਕਿੰਨੀ ਐਕਸਪਲੋਟੇਸ਼ਨ ਹੁੰਦੀ ਹੈ। ਉਹਨਾਂ ਦੇ ਲਈ ਵੀ ਆਮ ਰੈਡੀ ਟੂ ਸਟੈਂਡ ਅਪ ਫॉर them, ਐਂਡ ਉਹਨਾਂ ਨੂੰ ਵੀ ਮੈਂ ਕਹਿੰਦੀ ਹਾਂ ਵੀ ਤੁਸੀਂ ਸ਼ਾਰਟ ਰੂਟ ਲੈਣ ਦੇ ਨਾਲੋਂ ਆਪਦੇ ਆਪ ਨੂੰ ਪ੍ਰੋਪਰ ਬਿਲਡ ਕਰੋ, ਪ੍ਰੋਪਰ ਜੋ ਵੀ ਹੈ ਜੋ ਤੁਸੀਂ ਸਕਿੱਲਸ ਆਪਦੇ ਡਿਵੈਲਪ ਕਰੋਗੇ, ਜੇ ਤੁਸੀਂ ਆਪ ਸਟੇਬਲ ਹੋ ਤਾਂ ਹੀ ਤੁਸੀਂ ਆਪਦੇ ਕੰਟਰੀ ਨੂੰ ਸਟੇਬਲ ਕਰ ਸਕਦੇ ਹੋ। ਐਂਡ ਵੂਮਨ ਐਂਡ ਯੂਥ ਆਰ ਦ ਫਿਊਚਰ ਆਫ ਆਵਰ ਕੰਟਰੀ। So it is ultimately my desire to give back to the community, empower women, empower youth, and I'm always there. And my cell phone I will like to share if someone wants to call. Please. My cell phone is 647-297-0118. Thank you. Thank you Sukhdeep. Thank you so much. मैं ਤੁਸੀਂ ਸੋਚ ਨਹੀਂ ਸਕਦੇ ਮੈਂ ਮਤਲਬ ਵੀ ਕਿੰਨੀ ਜ਼ਿਆਦਾ ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨਾ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਸਟੂਡੀਓ 'ਚ ਆਏ ਅਤੇ ਇੰਨੇ ਆਪਣੇ ਵੈਲਿਊਏਬਲ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਅਤੇ ਸਾਡੀ ਜਿੰਨੀਆਂ ਵੀ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਨੂੰ ਵੀ ਇਸ ਕਹਿ ਲਓ ਕਿ ਤੁਹਾਡੀ ਗਾਈਡੈਂਸ ਦੀ ਲੋੜ ਆ ਜਾਂ ਤੁਹਾਡੀ ਆਰਗੇਨਾਈਜੇਸ਼ਨ ਦੀ ਹੈਲਪ ਦੀ ਲੋੜ ਆ, ਆਈ ਹੋਪ ਕਿ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਸੁਣਿਆ ਹੋਏਗਾ ਅਤੇ ਤੁਹਾਨੂੰ ਉਹ ਜ਼ਰੂਰ ਕੰਟੈਕਟ ਕਰਨਗੀਆਂ। ਸੋ ਵੰਸ ਅਗੇਨ ਸੁਖਦੀਪ, ਥੈਂਕ ਯੂ ਸੋ ਮਚ। ਥੈਂਕ ਯੂ ਰਵਿੰਦਰ, ਥੈਂਕ ਯੂ ਫॉर ਇਨਵਾਈਟਿੰਗ। ਸੋ ਵਿਊਅਰਸ, ਆਈ ਹੋਪ ਤੁਹਾਨੂੰ ਮੇਰੀ ਅੱਜ ਦੀ ਇਹ ਪ੍ਰੈਜੈਂਟੇਸ਼ਨ ਜ਼ਰੂਰ ਪਸੰਦ ਆਈ ਹੋਏਗੀ ਜਿਹੜੀ ਕਿ ਐਕਸਕਲੂਸਿਵਲੀ ਵੂਮਨ ਐਮਪਾਵਰਮੈਂਟ 'ਤੇ ਸੀਗੀ। ਐਂਡ ਆਈ ਲਵ ਟੂ ਟਾਕ ਵਿਦ ਸੁਖਦੀਪ ਔਨ ਐਵਰੀ ਟੋਪਿਕ। ਐਂਡ ਆਈ ਹੋਪ ਮੈਂ ਇਹਨਾਂ ਨੂੰ ਅੱਜ ਜ਼ਰੂਰ ਇਹ ਗੱਲ ਕਹਾਂਗੀ ਕਿ ਤੁਸੀਂ ਸਾਡੇ ਨਾਲ ਫਿਊਚਰ 'ਚ ਵੀ ਕਾਈਂਡਲੀ ਜੁੜੇ ਰਹੋ ਅਤੇ ਅੱਗੋਂ ਵਾਸਤੇ ਵੀ ਸਾਨੂੰ ਆਪਣੇ ਇੰਨੇ ਪਿਆਰੇ ਪਿਆਰੇ ਵਿਚਾਰਾਂ ਦੇ ਨਾਲ ਸਾਨੂੰ ਸਾਡਾ ਕਹਿ ਲਓ ਕਿ ਤੁਸੀਂ ਸਾਡੀ ਰਹਿਨੁਮਾਈ ਕਰਦੇ ਰਹੋ। ਸੋ ਵਿਊਅਰਸ, ਮੈਨੂੰ ਅਤੇ ਸੁਖਦੀਪ ਨੂੰ ਹੁਣ ਤੁਸੀਂ ਦਿਓ ਇਜਾਜ਼ਤ। ਆਪਣਾ ਅਤੇ ਆਪਣੇ ਪਰਿਵਾਰ ਦਾ ਬਹੁਤ ਸਾਰਾ ਖਿਆਲ ਰੱਖੋ ਕਿਉਂਕਿ ਕੋਵਿਡ-19 ਦੇ ਕੇਸਿਸ ਨੇ ਜਿਹੜੇ ਉਹ ਡੇ ਬਾਈ ਡੇ ਵੱਧ ਗਏ ਨੇ। ਅੱਜ ਜਿਹੜੀਆਂ ਨਵੀਆਂ ਸਰਕੂਲੇਸ਼ਨਸ ਆਈਆਂ ਨੇ ਉਹਨਾਂ ਦੇ ਵਿੱਚ ਜਿਹੜੇ ਜਿਮ ਨੇ ਉਹ ਆਲਮੋਸਟ ਬੰਦ ਹੋ ਗਏ ਨੇ 28 ਡੇਜ਼ ਦੇ ਲਈ, which is in Peel region, Ottawa and Toronto. So ਤੁਸੀਂ kindly update ਰਿਹਾ ਕਰੋ, connected ਰਿਹਾ ਕਰੋ and be informed because ਦਿਨ ਨੇ ਜਿਹੜੇ ਉਹ ਬਹੁਤ ਜ਼ਿਆਦਾ ਰਿਸਕੀ ਜਾ ਰਹੇ ਨੇ ਕੋਵਿਡ-19 ਨੂੰ ਲੈ ਕੇ। ਸੋ ਜੇ ਤੁਹਾਡੇ ਕੋਈ ਵੀ ਕੋਈ ਇਸ ਪ੍ਰੈਜੈਂਟੇਸ਼ਨ ਨੂੰ ਲੈ ਕੇ ਕੋਈ ਵੀ ਤੁਹਾਡੇ ਵਿਚਾਰ ਨੇ ਜਾਂ ਤੁਹਾਡੇ ਕੋਈ ਕੁਐਸਚਨਸ ਨੇ, ਯੂ ਕੈਨ ਕਾਲ ਮੀ ਐਟ 647-780-7722। ਤੁਸੀਂ ਬੌਬ ਦਸਾਂਝੀ ਨੂੰ ਵੀ ਕਾਲ ਕਰ ਸਕਦੇ ਹੋ 416-419-7777। ਤੁਸੀਂ ਸਾਡੇ ਸਾਂਝਾ ਪੰਜਾਬ ਤੇ ਸਾਡੇ ਫੇਸਬੁੱਕ ਚੈਨਲ ਦੇ ਥਰੂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ। ਅਤੇ ਹੁਣ ਮੈਨੂੰ ਅਤੇ ਸੁਖਦੀਪ ਜੀ ਨੂੰ ਦਿਓ ਇਜਾਜ਼ਤ। ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਰੱਖੋ ਖਿਆਲ ਅਤੇ ਜੁੜੇ ਰਹੋ ਸਾਂਝਾ ਪੰਜਾਬ ਦੇ ਨਾਲ ਸਾਰਾ ਦਿਨ ਸਾਰੀ ਰਾਤ। ਸਤਿ ਸ਼੍ਰੀ ਅਕਾਲ।